ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਪੰਜਾਬ ਤੋਂ ਚੱਲ ਕੇ ਦੱਖਣ ਦੇਸ਼ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਕਈ ਸਥਾਨਾਂ 'ਤੇ ਰੁਕ ਕੇ ਸੰਗਤਾਂ ਦਾ ਕਲਿਆਣ ਕੀਤਾ। ਇਸੇ ਪ੍ਰਕਾਰ ਸਤਿਗੁਰੂ ਜੀ ਦਿੱਲੀ ਤੋਂ ਚੱਲਦੇ ਹੋਏ ਮਥੁਰਾ ਪਹੁੰਚੇ। ਸਤਿਗੁਰੂ ਜੀ ਦੇ ਨਾਲ ਮਾਤਾ ਸਾਹਿਬ ਕੌਰ ਤੇ ਕਈ ਸਿੰਘ ਵੀ ਸਨ। ਮਾਤਾ ਸੁੰਦਰੀ ਜੀ ਗੁਰੂ ਜੀ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਦਿੱਲੀ ਵਿੱਚ ਹੀ ਰਹੇ। ਕਾਫੀ ਪੈਂਡਾ ਲੰਘ ਕੇ ਜਦੋਂ ਸਤਿਗੁਰੂ ਜੀ ਕੁਝ ਦੂਰੀ 'ਤੇ ਗਏ ਤਾਂ ਇੱਕ ਬਹੁਤ ਸੁੰਦਰ ਸਥਾਨ ਦੇਖ ਕੇ ਉੱਥੇ ਡੇਰਾ ਕੀਤਾ। 3 ਦਿਨ ਸੌਖੀਆਂ ਮੰਜ਼ਲਾਂ ਹੀ ਤੈਅ ਕਰਦੇ ਰਹੇ ਤੇ ਫਿਰ ਮਥੁਰਾ ਸ਼ਹਿਰ ਦੇ ਨੇੜੇ ਜਾ ਪਹੁੰਚੇ। ਜਦੋਂ ਮਥੁਰਾ 5 ਕੋਹ ਰਹਿ ਗਿਆ ਤਾਂ ਸਤਿਗੁਰੂ ਜੀ ਨੇ ਉੱਥੇ ਹੀ ਆਪਣਾ ਡੇਰਾ ਕਰਵਾ ਲਿਆ। ਰਾਤ ਨੂੰ ਪ੍ਰਸ਼ਾਦਾ ਛਕ ਕੇ ਵਿਸ਼ਰਾਮ ਕੀਤਾ ਤੇ ਕਿਰਪਾ ਨਿਧਾਨ ਸਤਿਗੁਰੂ ਜੀ ਸੁੱਖ ਨਾਲ ਸੌਂ ਗਏ। ਸਵੇਰ ਹੋਣ ਤੇ ਫਿਰ ਸੌਚ ਇਸ਼ਨਾਨ ਕੀਤਾ ਤੇ ਫਿਰ ਘੋੜੇ ਉੱਪਰ ਸਵਾਰ ਹੋ ਕੇ ਅੱਗੇ ਚੱਲ ਪਏ। ਜਾ ਕੇ ਸਾਰੀ ਮਥੁਰਾ ਨਗਰੀ ਵੇਖੀ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਆਨੰਦ ਵਿਲਾਸ ਕੀਤੇ ਸਨ। ਜਿਉਂ-ਜਿਉਂ ਮਥੁਰਾ ਸ਼ਹਿਰ ਵੇਖਦੇ ਜਾ ਰਹੇ ਸਨ ਤਿਉਂ-ਤਿਉਂ ਉਹਨਾਂ ਨੂੰ ਆਪਣੀਆਂ ਪਿਛਲੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਜਾ ਰਹੀਆਂ ਸਨ। ਸਾਧ ਸੰਗਤ ਜੀ, ਜਿਵੇਂ ਕਿ ਗੁਰਬਾਣੀ ਵਿੱਚ ਫਰਮਾਨ ਹੈ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ। ਸਤਿਯੁਗ ਵਿੱਚ ਵੀ ਤੁਸੀਂ ਹੀ ਰਾਜ ਤੇ ਜੋਗ ਮਾਣਿਆ ਸੀ, ਤੁਸੀਂ ਹੀ ਰਾਜਾ ਬਲ ਨੂੰ ਛਲਿਆ ਸੀ ਤੇ ਉਦੋਂ ਵਾਮਨ ਅਵਤਾਰ ਬਣਨਾ ਤੁਹਾਨੂੰ ਚੰਗਾ ਲੱਗਾ ਸੀ। ਤ੍ਰੇਤੇ ਵਿੱਚ ਵੀ ਤੁਸੀਂ ਰਾਜ ਤੇ ਜੋਗ ਮਾਣਿਆ ਸੀ ਜਦੋਂ ਤੁਸੀਂ ਆਪਣੇ ਆਪ ਨੂੰ ਰਘੁਵੰਸ਼ੀ ਰਾਮ ਅਖਵਾਇਆ ਸੀ। ਗੁਰੂ ਜੀ ਕਹਿੰਦੇ ਹਨ ਕਿ ਮੇਰੇ ਵਾਸਤੇ ਤਾਂ ਤੂੰ ਹੀ ਵਾਮਨ ਅਵਤਾਰ ਹੈ ਤੇ ਤੂੰ ਹੀ ਰਘੁਵੰਸ਼ੀ ਰਾਮ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰਸੈਨ ਕੋ ਰਾਜ ਅਭੈ ਭਗਤੈ ਜਨ ਦਿਓ। ਦੁਆਪਰ ਯੁੱਗ ਵਿੱਚ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਬਣ ਕੇ ਆਏ ਤੇ ਤੁਸੀਂ ਹੀ ਕੰਸ ਨੂੰ ਮਾਰ ਕੇ ਉਸ ਨੂੰ ਮੁਕਤ ਕੀਤਾ ਸੀ। ਤੁਸੀਂ ਹੀ ਉਗਰਸੈਨ ਨੂੰ ਮਥੁਰਾ ਦਾ ਰਾਜ ਦਿੱਤਾ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖਸ਼ੀ ਸੀ। ਗੁਰੂ ਜੀ ਫਰਮਾਨ ਕਰਦੇ ਹਨ ਕਿ ਮੇਰੇ ਵਾਸਤੇ ਤਾਂ ਤੂੰ ਹੀ ਸ਼੍ਰੀ ਕ੍ਰਿਸ਼ਨ ਹੈ। ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਕਲਯੁਗ ਵਿੱਚ ਵੀ ਤੁਸੀਂ ਸਮਰੱਥ ਹੋ। ਤੁਸੀਂ ਹੀ ਆਪਣੇ ਆਪ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਅਖਵਾਇਆ ਹੈ। ਇਸ ਲਈ ਹੇ ਗੁਰੂ ਜੀ, ਆਪ ਸਦਾ ਅਟਲ ਸਰੂਪ ਹੋ ਅਤੇ ਤੁਹਾਡਾ ਰਾਜ ਹੀ ਅਬਚਲ ਹੈ। ਤੁਹਾਨੂੰ ਅਵਤਾਰ ਧਾਰਨ ਦਾ ਹੁਕਮ ਅਕਾਲ ਪੁਰਖ ਨੇ ਫਰਮਾਇਆ ਹੈ। ਸੋ ਇਸ ਪ੍ਰਕਾਰ ਗੁਰੂ ਜੀ ਨੇ ਸੂਰਜ ਕੁੰਡ ਵਿੱਚ ਡੇਰਾ ਕੀਤਾ ਤੇ ਜਮਨਾ ਦੇ ਕਿਨਾਰੇ ਜਾ ਕੇ ਸੁੰਦਰ ਜਲ ਨੂੰ ਵੇਖਿਆ। ਕ੍ਰਿਸ਼ਨ ਜੀ ਨੇ ਸ਼ਾਮ ਸਲੋਨਾ ਰੂਪ ਧਾਰ ਕੇ ਜਿੱਥੇ-ਜਿੱਥੇ ਰਹਿ ਕੇ ਅਤੇ ਫਿਰ ਕੇ ਆਨੰਦਮਈ ਵਿਲਾਸ ਕੀਤੇ ਸਨ। ਅਜਿਹੇ ਸਭ ਪ੍ਰਕਾਰ ਦੇ ਥਲਾਂ ਨੂੰ ਸਤਿਗੁਰੂ ਜੀ ਵੇਖ ਰਹੇ ਸਨ ਜਿੱਥੇ ਕ੍ਰਿਸ਼ਨ ਜੀ ਨੇ ਦੁਸ਼ਟਾਂ ਦੇ ਦਲਾਂ ਅਤੇ ਸ਼ਕਤੀਆਂ ਦਾ ਨਾਸ਼ ਕੀਤਾ ਸੀ। ਫਿਰ ਸਤਿਗੁਰੂ ਜੀ ਸੂਰਜ ਦੀ ਪੁੱਤਰੀ ਜਮਨਾ ਨਦੀ ਦੇ ਪਾਰ ਗਏ। ਫਿਰ ਗੋਕਲ ਦੇ ਲੋਕਾਂ ਨੂੰ ਵੇਖ ਰਹੇ ਸਨ ਜਿਸ ਸਥਾਨ ਵਿੱਚ ਪਾਪਣ ਪੂਤਨਾ ਰਹਿੰਦੀ ਸੀ ਤੇ ਜਿੱਥੇ ਤ੍ਰਿਣਾਵਰਤ ਨਾਮ ਦੇ ਦੈਂਤਾ ਜੋ ਵਾਵਰੋਲਾ ਬਣ ਕੇ ਕ੍ਰਿਸ਼ਨ ਜੀ ਨੂੰ ਉਡਾ ਕੇ ਲੈ ਜਾਣ ਵਾਸਤੇ ਗਿਆ ਸੀ ਤੇ ਕ੍ਰਿਸ਼ਨ ਜੀ ਨੇ ਉਸ ਨੂੰ ਮਾਰ ਦਿੱਤਾ ਸੀ, ਉਸ ਸਥਾਨ ਨੂੰ ਵੀ ਸਤਿਗੁਰੂ ਜੀ ਨੇ ਵੇਖਿਆ। ਜਿੱਥੇ ਦੁਸ਼ਟ ਬਕਾਸੁਰ ਦੈਂਤ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ ਤੇ ਬਕਾਸੁਰ ਦੇ ਛੋਟੇ ਭਰਾ ਅਘਾਸੁਰ ਦਾ ਨਾਸ਼ ਕੀਤਾ ਸੀ, ਅਜਿਹੇ ਸਾਰੇ ਸਥਾਨ ਸਤਿਗੁਰੂ ਜੀ ਨੇ ਆਪਣੀਆਂ ਅੱਖਾਂ ਨਾਲ ਦੇਖੇ। ਫਿਰ ਸਤਿਗੁਰੂ ਜੀ ਨੇ ਬ੍ਰਿੰਦਾਵਨ ਵੇਖਿਆ ਜਿੱਥੇ ਕ੍ਰਿਸ਼ਨ ਜੀ
ਸਮੂਹ ਗੋਪੀਆਂ ਨਾਲ ਖੇਡਦੇ ਹੁੰਦੇ ਸੀ, ਜਿੱਥੇ ਕ੍ਰਿਸ਼ਨ ਜੀ ਰਾਸ ਲੀਲਾ ਖੇਡਦੇ ਸਨ, ਜਿੱਥੇ ਬ੍ਰਹਮਾ ਨੇ ਪ੍ਰੀਖਿਆ ਵਾਸਤੇ ਵੱਛੇ ਚੁਰਾ ਲਏ ਸਨ ਤੇ ਕ੍ਰਿਸ਼ਨ ਜੀ ਨੇ ਸਾਰੇ ਵੱਛੇ ਆਪ ਹੀ ਰਚ ਲਏ ਸਨ। ਜਦੋਂ ਇੰਦਰ ਵਰਖਾ ਨਾਲ ਬ੍ਰਿੰਦਾਬਨ ਨੂੰ ਗਰਕ ਕਰਨਾ ਚਾਹੁੰਦਾ ਸੀ ਤਾਂ ਕ੍ਰਿਸ਼ਨ ਜੀ ਨੇ ਬ੍ਰਿੰਦਾਬਨ ਨੂੰ ਆਪਣੀ ਉਂਗਲੀ ਉੱਪਰ ਹੀ ਚੁੱਕ ਲਿਆ ਸੀ ਤੇ ਛਤਰੀ ਵਾਂਗੂ ਬ੍ਰਿਜ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਇੰਦਰ ਦੇ ਘਮੰਡ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਤੋੜਿਆ ਸੀ। ਫਿਰ ਗੁਰੂ ਜੀ ਨੇ ਜਾ ਕੇ ਕਾਲੀ ਤਾਲ ਵੇਖਿਆ, ਜਿੱਥੇ ਕ੍ਰਿਸ਼ਨ ਜੀ ਪੀਲੇ ਫੁੱਲਾਂ ਵਾਲੇ ਕਦੰਬ ਦੇ ਦਰਖਤ ਤੇ ਚੜ੍ਹ ਕੇ ਭੱਜੇ ਸਨ। ਉਹ ਸਥਾਨ ਵੀ ਵੇਖਿਆ ਜਿਨ੍ਹਾਂ ਕੁੰਜ ਗਲੀਆਂ ਵਿੱਚ ਕ੍ਰਿਸ਼ਨ ਜੀ ਖੇਡਿਆ ਕਰਦੇ ਸਨ, ਜਿੱਥੇ ਗੋਪੀਆਂ ਦੇ ਬਹੁਤ ਕੱਪੜੇ ਚੁਰਾ ਕੇ ਲੈ ਜਾਂਦੇ ਸਨ, ਜਿੱਥੇ ਧਿਣਕ ਨਾਮ ਦੇ ਦੈਂਤ ਨੂੰ ਕ੍ਰਿਸ਼ਨ ਜੀ ਨੇ ਗਊਆਂ ਚਾਰਦੇ ਸਮੇਂ ਤਾੜ ਕੇ ਬ੍ਰਿਛਾਂ ਦੇ ਵਣ ਵਿੱਚ ਬਲਰਾਮ ਦੀ ਸਹਾਇਤਾ ਨਾਲ ਮਾਰਿਆ ਸੀ, ਉੱਥੇ ਵੀ ਸਤਿਗੁਰੂ ਜੀ ਗਏ। ਕੇਸੀ ਨਾਮੀ ਰਾਖਸ਼, ਜਿੱਥੇ ਘੋੜੇ ਦਾ ਰੂਪ ਧਾਰ ਕੇ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਸੀ, ਪਰ ਕ੍ਰਿਸ਼ਨ ਜੀ ਨੇ ਉਸਦੇ ਮੂੰਹ ਵਿੱਚ ਬਾਂਹ ਦੇ ਕੇ ਉਸ ਨੂੰ ਮਾਰ ਦਿੱਤਾ ਸੀ, ਉੱਥੇ ਵੀ ਸਤਿਗੁਰੂ ਜੀ ਪਹੁੰਚੇ। ਜਿੱਥੇ ਸਤਿਗੁਰੂ ਜੀ ਕ੍ਰਿਸ਼ਨ ਰੂਪ ਧਾਰ ਕੇ ਬਹੁਤ ਖੇਡਦੇ ਸਨ, ਉਹ ਸਾਰੇ ਸਥਾਨ ਸਤਿਗੁਰੂ ਜੀ ਨੇ ਗੁਰੂ ਰੂਪ ਧਾਰ ਕੇ ਵੇਖੇ। ਫਿਰ ਜਮਨਾ ਨਦੀ ਨੂੰ ਲੰਘ ਕੇ ਆ ਗਏ ਕੰਸ ਨੂੰ ਮਾਰਨ ਵਾਸਤੇ, ਜਿੱਥੇ ਰਾਹ ਵਿੱਚ ਕੰਸ ਦਾ ਧੋਬੀ ਮਿਲਿਆ ਸੀ, ਜਿਸ ਤੋਂ ਕੰਸ ਦੇ ਕੱਪੜੇ ਖੋਹ ਕੇ ਉਸ ਨੂੰ ਕੁੱਟ ਮਾਰ ਕੇ ਭਜਾ ਦਿੱਤਾ ਸੀ। ਸਤਿਗੁਰੂ ਜੀ ਨੇ ਉਹ ਸਥਾਨ ਵੀ ਆਪਣੀਆਂ ਅੱਖਾਂ ਨਾਲ ਵੇਖਿਆ, ਜਿੱਥੇ ਕੰਸ ਦੀ ਇੱਕ ਦਾਸੀ ਜਿਹੜੀ ਕੁੱਬੀ ਸੀ, ਜਿਸ ਦਾ ਨਾਮ ਕੁਬਜਾ ਸੀ, ਜਦ ਕ੍ਰਿਸ਼ਨ ਜੀ ਨੂੰ ਮਿਲੀ ਸੀ ਤਾਂ ਕ੍ਰਿਸ਼ਨ ਜੀ ਨੇ ਉਸ ਦਾ ਕੁੱਬ ਦੂਰ ਕੀਤਾ ਸੀ। ਫਿਰ ਧਨੁੱਖ ਤੋੜ ਕੇ ਧਰਤੀ ਉੱਪਰ ਸੁੱਟ ਦਿੱਤਾ ਸੀ, ਜਿੱਥੇ ਖੂਨੀ ਹਾਥੀ ਦੇ ਦੰਦ ਉਖੇੜ ਦਿੱਤੇ ਸਨ ਤੇ ਜਿੱਥੇ ਚੰਡੂਰ ਨਾਮ ਦੇ ਇੱਕ ਪਹਿਲਵਾਨ ਨੂੰ ਕ੍ਰਿਸ਼ਨ ਜੀ ਨੇ ਮੁੱਕੀ ਮਾਰ ਕੇ ਮਾਰਿਆ ਸੀ। ਉਹ ਸਾਰੇ ਸਥਾਨ ਵੀ ਗੁਰੂ ਜੀ ਨੇ ਆਪਣੀਆਂ ਅੱਖਾਂ ਨਾਲ ਵੇਖੇ। ਫਿਰ ਕ੍ਰਿਸ਼ਨ ਜੀ ਦਾ ਉਹ ਦਮਦਮੇ ਵਾਲਾ ਸਥਾਨ ਵੀ ਬਾਅਦ ਵਿੱਚ ਵੇਖਿਆ, ਜਿੱਥੇ ਕੰਸ ਨੂੰ ਕੇਸਾਂ ਤੋਂ ਫੜ ਕੇ ਪਿੱਛੇ ਸੁੱਟਿਆ ਸੀ। ਫਿਰ ਉਹ ਸਥਾਨ ਵੇਖਿਆ ਜਿਸ ਨੂੰ ਬਿਸਰਾਂਤ ਘਾਟ ਕਹਿੰਦੇ ਹਨ। ਉੱਥੇ ਕ੍ਰਿਸ਼ਨ ਜੀ ਕੰਸ ਨੂੰ ਮਾਰ ਕੇ ਆਰਾਮ ਕਰਨ ਵਾਸਤੇ ਬੈਠੇ ਸਨ। ਉੱਥੇ ਹੀ ਸਤਿਗੁਰੂ ਜੀ ਨੇ ਸਮੂਹ ਬ੍ਰਾਹਮਣਾਂ ਨੂੰ ਦਾਨ ਦਿੱਤਾ। ਫਿਰ ਜਮਨਾ ਦਾ ਸ਼ੁਭ ਕਿਨਾਰਾ ਵੇਖਿਆ। ਸਤਿਗੁਰੂ ਜੀ ਨੇ ਉੱਥੇ ਆਪਣਾ ਡੇਰਾ ਲਾਇਆ। ਜਦ ਸਾਰੇ ਲੋਕ ਟਿਕ ਗਏ ਤਾਂ ਫਿਰ ਬਹੁਤ ਬਾਂਦਰ ਛਾਲਾਂ ਮਾਰਦੇ ਆਏ। ਇੱਧਰ ਉੱਧਰ ਬੜੀ ਚੰਚਲਤਾ ਨਾਲ ਫਿਰਦੇ ਸਨ ਤੇ ਟੇਢੀਆਂ ਪੁੱਛਾਂ ਬੜੇ ਉਤਾਵਲੇ ਹੋ ਕੇ ਹਿਲਾਉਂਦੇ ਸਨ। ਇੱਕ ਸਿੰਘ ਦੀ ਉੱਥੇ ਢਾਲ ਪਈ ਸੀ। ਇੱਕ ਬਾਂਦਰ ਨੇ ਉੱਥੇ ਜਾ ਕੇ ਢਾਲ ਆਪਣੇ ਹੱਥ ਵਿੱਚ ਫੜ ਲਈ। ਉਹ ਢਾਲ ਨੂੰ ਲੈ ਕੇ ਭੱਜ ਕੇ ਇੱਕ ਬ੍ਰਿਛ ਉੱਪਰ ਚੜ੍ਹ ਗਿਆ। ਫਿਰ ਸਿੰਘ ਨੇ ਗੁੱਸੇ ਵਿੱਚ ਆ ਕੇ ਬੰਦੂਕ ਫੜ ਲਈ। ਜਦੋਂ ਆਪਣੇ ਹੱਥ ਵਿੱਚ ਬੰਦੂਕ ਫੜ ਕੇ ਚਲਾਉਣ ਲੱਗਾ ਤਾਂ ਸਤਿਗੁਰੂ ਜੀ ਨੇ ਬੰਦੂਕ ਚਲਾਉਣ ਤੋਂ ਰੋਕ ਦਿੱਤਾ। ਜਿਵੇਂ ਜਿਵੇਂ ਇੱਕ ਬ੍ਰਿਛ ਤੋਂ ਦੂਸਰੇ ਬ੍ਰਿਛ ਢਾਲ ਚੁੱਕ ਕੇ ਛਾਲ ਮਾਰ ਕੇ ਬੜੀ ਸ਼ਕਤੀ ਨਾਲ ਜਾਂਦਾ ਸੀ, ਤਿਵੇਂ ਤਿਵੇਂ ਸਤਿਗੁਰੂ ਜੀ ਬਹੁਤ ਹੱਸ ਰਹੇ ਸਨ। ਫਿਰ ਉਸ ਬਾਂਦਰ ਦੇ ਪਿੱਛੇ ਹੋਰ ਬਾਂਦਰ ਚਲੇ ਜਾਂਦੇ ਸਨ। ਫਿਰ ਸਤਿਗੁਰੂ ਜੀ ਨੇ ਪਕਵਾਨ ਮੰਗਵਾਇਆ, ਮਨ ਭਾਉਂਦੇ ਲੱਡੂ ਆਦਿ ਪਦਾਰਥ ਮੰਗਵਾਏ ਤੇ ਸਾਰੇ ਬਾਂਦਰਾਂ ਅੱਗੇ ਪਵਾ ਦਿੱਤੇ। ਸਾਰੇ ਬਾਂਦਰਾਂ ਨੇ ਮਿਲ ਕੇ ਸਾਰੀਆਂ ਮਠਿਆਈਆਂ ਛਕ ਲਈਆਂ। ਕੋਈ ਬਾਂਦਰ ਚੀਕਦਾ ਹੈ, ਕੋਈ ਘੁਰਕਦਾ ਹੈ, ਕੋਈ ਆਪਸ ਵਿੱਚ ਭਿੜਦਾ ਹੈ। ਦੰਦ ਕੱਢਦੇ ਹਨ ਤੇ ਕੰਨ ਸੰਕੋਚਦੇ ਸਨ ਤੇ ਕਰੂੜ ਅੱਖਾਂ ਕੱਢ ਕੇ ਵਿਖਾਉਂਦੇ ਸਨ। ਛੇਤੀ ਹੀ ਸਾਰਿਆਂ ਨੇ ਸਾਰਾ ਪਕਵਾਨ ਖਾ ਲਿਆ। ਫਿਰ ਬਾਂਦਰਾਂ ਦੀ ਜਾਤ ਦੇ ਸਾਰੇ ਬਾਂਦਰ ਇਕੱਠੇ ਹੋਣ ਲੱਗੇ। ਤਦ ਉਸ ਸਿੰਘ ਨੇ ਸਤਿਗੁਰੂ ਜੀ ਨੂੰ ਕਿਹਾ, ਬਾਂਦਰ ਨੇ ਢਾਲ ਨਹੀਂ ਛੱਡੀ, ਹੱਥ ਵਿੱਚ ਚੰਗੀ ਤਰ੍ਹਾਂ ਫੜੀ ਹੋਈ ਹੈ। ਮੈਂ ਇਸ ਨੂੰ ਡਰਾਉਂਦਾ ਹਾਂ ਜਾਂ ਬੰਦੂਕ ਦਾ ਵਾਰ ਕਰਦਾ ਹਾਂ, ਫਿਰ ਭੱਜ ਕੇ ਢਾਲ ਲੈ ਲਵਾਂਗਾ, ਨਹੀਂ ਤਾਂ ਚੰਗੀ ਤਰ੍ਹਾਂ ਫੜ ਕੇ ਛਾਲਾਂ ਮਾਰਦਾ ਭੱਜ ਜਾਏਗਾ। ਇੱਕ ਰੁੱਖ ਨੂੰ ਛੱਡ ਕੇ ਦੂਸਰੇ ਉੱਪਰ ਛਾਲਾਂ ਮਾਰ ਰਹੇ ਹਨ। ਇਹ ਸੁਣ ਕੇ ਸਤਿਗੁਰੂ ਜੀ ਨੇ ਬੰਦੂਕ ਦਾ ਵਾਰ ਕਰਨ ਤੋਂ ਰੋਕ ਦਿੱਤਾ। ਫਿਰ ਆਪ ਬੋਲ ਕੇ ਬਾਂਦਰ ਨੂੰ ਬੁਲਾਇਆ। ਸੁਣ ਕੇ ਅਤੇ ਵੇਖ ਕੇ ਬਾਂਦਰ ਆਇਆ। ਹੱਥ ਉੱਤੇ ਪਏ ਲੱਡੂ ਨੂੰ ਵੇਖ ਕੇ ਭਰਮ ਗਿਆ। ਫਿਰ ਉਸਨੇ ਢਾਲ ਨੂੰ ਸਤਿਗੁਰੂ ਜੀ ਦੇ ਅੱਗੇ ਰੱਖਿਆ। ਸਤਿਗੁਰੂ ਜੀ ਦੇ ਪਾਸ ਬੈਠ ਗਿਆ ਤੇ ਸਤਿਗੁਰੂ ਜੀ ਤੋਂ ਡਰ ਕੇ ਉਹ ਭੱਜਿਆ ਨਹੀਂ। ਸਤਿਗੁਰੂ ਜੀ ਨੇ ਉਸਦੇ ਸਿਰ ਉੱਪਰ ਹੱਥ ਫੇਰਿਆ। ਫਿਰ ਉਸਨੇ ਨੇੜੇ ਹੋ ਕੇ ਸਤਿਗੁਰੂ ਜੀ ਨੂੰ ਮੱਥਾ ਨਿਵਾਇਆ। ਫਿਰ ਲੱਡੂ ਉਸਦੇ ਅੱਗੇ ਧਰ ਦਿੱਤਾ। ਫਿਰ ਲੱਡੂ ਲੈ ਕੇ
ਉਹ ਛਾਲਾਂ ਮਾਰਦਾ ਚਲਾ ਗਿਆ। ਉਹ ਸਿੰਘ ਨੇ ਆਪਣੀ ਢਾਲ ਫੜ ਲਈ। ਸਾਰੇ ਵੇਖ ਕੇ ਸੁਚੇਤ ਹੋ ਗਏ, ਆਪਣੀਆਂ ਆਪਣੀਆਂ ਵਸਤਾਂ ਸੰਭਾਲ ਲਈਆਂ। ਫਿਰ ਬਾਂਦਰਾਂ ਨੂੰ ਨੇੜੇ ਨਾ ਆਉਣ ਦਿੱਤਾ। ਸਾਰੇ ਪ੍ਰਸ਼ਾਦਾ ਛਕ ਕੇ ਰਾਤ ਨੂੰ ਸੌਂ ਗਏ। ਫਿਰ ਸਵੇਰੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ। ਫਿਰ ਸਾਵਧਾਨ ਹੋ ਕੇ ਡੇਰਾ ਕੂਚ ਕੀਤਾ। ਰਾਤ ਨੂੰ ਵਿਸ਼ਰਾਮ ਕਰਦੇ ਸਨ ਤੇ ਦਿਨ ਸਮੇਂ ਚੱਲਦੇ ਸਨ। ਸਤਿਗੁਰੂ ਜੀ ਸਦਾ ਰਾਹੇ ਰਾਹ ਚੱਲਦੇ ਜਾਂਦੇ ਸਨ। ਸਾਰੀ ਖਾਲਸਾ ਸੈਨਾ ਵੀ ਨਾਲ ਨਾਲ ਚੱਲਦੀ ਸੀ। ਇੱਕ ਦਿਨ ਗੁਰੂ ਜੀ ਰਾਹੇ ਰਾਹ ਚਲੇ ਜਾ ਰਹੇ ਸਨ। ਜਦ ਪਿਆਸ ਲੱਗੀ ਤਾਂ ਜਲ ਵਾਲੇ ਸਥਾਨ ਬਾਰੇ ਪੁੱਛਿਆ। ਕਿਸੇ ਨੇ ਦੱਸਿਆ ਕਿ ਹਿੰਦੂਆਂ ਦਾ ਪਿੰਡ ਹੈ, ਇੱਕ ਬ੍ਰਾਹਮਣ ਦੇ ਘਰ ਸੁੰਦਰ ਪਾਣੀ ਹੈ। ਤਦ ਇੱਕ ਸਿੰਘ ਘੋੜਾ ਭਜਾ ਕੇ ਗਿਆ ਤੇ ਲੱਭ ਕੇ ਠੰਡਾ ਪਾਣੀ ਲਿਆਇਆ। ਉਹ ਸਤਿਗੁਰੂ ਜੀ ਨੂੰ ਅੱਗੋਂ ਆ ਕੇ ਮਿਲਿਆ। ਗੁਰੂ ਜੀ ਪੁੱਛਣ ਲੱਗੇ, ਕਿਸ ਦੇ ਘਰ ਦਾ ਪਾਣੀ ਹੈ? ਹੱਥ ਜੋੜ ਕੇ ਸਿੰਘ ਨੇ ਦੱਸਿਆ, ਇੱਕ ਬ੍ਰਾਹਮਣੀ ਦੇ ਘਰ ਤੋਂ ਪਾਣੀ ਲਿਆਇਆ ਹਾਂ। ਉਸ ਦੇ ਘਰ ਵਿੱਚ ਨਾ ਕੋਈ ਪੁੱਤਰ ਹੈ ਤੇ ਨਾ ਧੀ ਹੈ। ਇਕੱਲੀ ਇੱਕ ਬ੍ਰਾਹਮਣੀ ਰਹਿੰਦੀ ਹੈ, ਇਸ ਕਰਕੇ ਉਸ ਦੇ ਘਰ ਵਿੱਚ ਸੁੱਚਮ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਪਾਣੀ ਨਾਲ ਭਰਿਆ ਹੋਇਆ ਕਟੋਰਾ ਧਰਤੀ ਉੱਪਰ ਤੁਰੰਤ ਡੋਲ ਦਿੱਤਾ। ਕਿਰਪਾ ਸਾਗਰ ਸਤਿਗੁਰੂ ਜੀ ਫਿਰ ਬੋਲੇ, ਉਸ ਦੇ ਘਰ ਦਾ ਪਾਣੀ ਸ਼ੁੱਧ ਨਹੀਂ ਹੈ। ਕੱਲਾ ਵਿਅਕਤੀ ਕਿਵੇਂ ਸੁਚਮਤਾ ਧਾਰ ਸਕਦਾ ਹੈ? ਜਿੱਥੇ ਬਹੁਤ ਬਾਲਕ ਹੁੰਦੇ ਹਨ ਉੱਥੇ ਦਾ ਪਾਣੀ ਹੀ ਸ਼ੁੱਧ ਹੁੰਦਾ ਹੈ। ਨਾ ਉਸ ਦੀ ਭਗਤੀ ਸ਼ੁੱਧ ਹੈ ਤੇ ਨਾ ਹੀ ਉਸ ਦਾ ਆਚਾਰ ਸ਼ੁੱਧ ਹੈ। ਜਿਸ ਗ੍ਰਸਤੀ ਦੇ ਬਹੁਤੇ ਬਾਲ ਹੋਣ ਉਸ ਦਾ ਜਲ ਸ਼ੁੱਧ ਹੈ। ਜਿੱਥੇ ਬਹੁਤ ਗ੍ਰਸਤੀ ਰਹਿੰਦੇ ਹਨ ਉਹ ਘਰ ਸ਼ੁੱਧ ਹੈ। ਇਕੱਲੇ ਘਰ ਨੂੰ ਧਿਕਾਰ ਹੈ ਜਿਸ ਘਰ ਦਾ ਅਨਾਜ ਦੇਵਤੇ ਵੀ ਨਹੀਂ ਖਾਂਦੇ ਹਨ। ਗ੍ਰਸਤੀ ਪੁੱਤਰ ਬਗੈਰ ਸਰਾਪਿਆ ਹੋਇਆ ਹੁੰਦਾ ਹੈ, ਅੱਗੇ ਜਾ ਕੇ ਕੋਈ ਭਾਗ ਨਹੀਂ ਦਿੰਦਾ। ਸਾਧੂ ਇਕੱਲਾ ਭਲਾ ਹੈ, ਸ਼ੁੱਧ ਉਸ ਦਾ ਸਰੀਰ ਹੁੰਦਾ ਹੈ ਤੇ ਸ਼ੁੱਧ ਉਸ ਦਾ ਮਨ ਹੁੰਦਾ ਹੈ। ਗ੍ਰਸਤੀ ਦਾ ਘਰ ਸ਼ੁੱਧ ਤਾਂ ਹੈ ਜੇ ਬਹੁਤੇ ਬਾਲਕ ਹੋਣ, ਉਸ ਦਾ ਤਨ ਮਨ ਬੁੱਧੀ ਸੁੱਚੇ ਹਨ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਅਗਲੇ ਪਿੰਡ ਚਲੇ ਗਏ। ਇੱਕ ਖੂਹ ਵੇਖ ਕੇ ਪਾਣੀ ਕੱਢਿਆ। ਇੱਕ ਕਟੋਰਾ ਪਾਣੀ ਦਾ ਪੀ ਕੇ ਤ੍ਰਿਪਤ ਹੋ ਗਏ ਤੇ ਫਿਰ ਆਗਰੇ ਨਗਰ ਦੇ ਸਾਹਮਣੇ ਪਹੁੰਚ ਗਏ। ਬਹੁਤ ਲੰਮਾ ਪੈਂਡਾ ਤੈਅ ਕਰਕੇ ਗਏ ਸਨ। ਜਦ ਜੋਜਨ ਪੈਂਡਾ ਕਰਕੇ ਗਏ ਤਾਂ ਹਨੇਰਾ ਹੋਣ ਕਰਕੇ ਸੁੰਦਰ ਸਥਾਨ ਵੇਖ ਕੇ ਡੇਰਾ ਕੀਤਾ। ਘੋੜਿਆਂ ਵਾਸਤੇ ਘਾਹ ਤੇ ਦਾਣੇ ਮੰਗਵਾਏ ਗਏ। ਸੌਂ ਕੇ ਸੁੱਖ ਨਾਲ ਰਾਤ ਬਤੀਤ ਕੀਤੀ ਤੇ ਆਗਰੇ ਨਗਰ ਵਿੱਚ ਵੀ ਇਹ ਖਬਰ ਪਹੁੰਚ ਗਈ, ਜਗਤ ਗੁਰੂ ਜਿਹੜੇ छैल छबीने ਭਗਵਾਨ ਹਨ, ਜਿਹੜੇ ਆਪਣੇ ਦਾਸਾਂ ਨੂੰ ਬਹੁਤ ਸੁੱਖ ਦਿੰਦੇ ਹਨ, ਉਹ ਕਿਰਪਾ ਕਰਦੇ ਹੋਏ ਹੁਣ ਚੱਲ ਕੇ ਆਏ ਹਨ ਤੇ 4 ਕੋਹਾਂ ਉੱਪਰ ਉਹਨਾਂ ਨੇ ਡੇਰਾ ਕੀਤਾ ਹੈ। ਜਿਹੜੇ ਸਤਿਗੁਰੂ ਜੀ ਦੀ ਵਿਸ਼ਾਲ ਮਹਿਮਾ ਜਾਣਦੇ ਸਨ ਉਹ ਸੁਣ ਕੇ ਤੁਰੰਤ ਪ੍ਰਸੰਨ ਹੋ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਪਹੁੰਚ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।